ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿਸ ਨੂੰ ਕਿ UGC ਵੱਲੋਂ ਸੈਂਟਰ ਫਾਰ ਐਡਵਾਂਸ ਸਟੱਡੀਜ਼ ਦਾ ਦਰਜਾ ਪ੍ਰਾਪਤ ਹੈ, ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਣੀ ਟੀਕਾਕਾਰੀ ਦਾ ਅਧਿਐਨ ਅਤੇ ਬਾਣੀ ਵਿਆਖਿਆ ਸਿਰਲੇਖ ਅਧੀਨ ਮਿਤੀ 6/9/2020 ਤੋਂ ਮਿਤੀ 13/9/2020 ਤੱਕ 7 ਰੋਜ਼ਾ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ, ਬਾਣੀ ਦੀ ਵਿਆਖਿਆ ਅਤੇ ਟੀਕਾਕਾਰੀ ਬਾਬਤ ਵਿਦਵਾਨਾਂ ਵੱਲੋਂ ਨਿੱਠ ਕੇ ਚਰਚਾ ਕੀਤੀ ਗਈ। ਆਓ ਸੁਣਦੇ ਹਾਂ ਦਿੱਲੀ ਯੂਨੀਵਰਸਿਟੀ ਤੋਂ ਰਿਟਾਇਰਡ ਪ੍ਰੋਫੈਸਰ ਡਾਕਟਰ ਜਗਵੀਰ ਸਿੰਘ ਦੁਆਰਾ ਪੇਸ਼ ਕੀਤੇ ਵਿਚਾਰਾਂ ਨੂੰ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ। ਬਹੁਤ ਧੰਨਵਾਦ ਰਾਜਵਿੰਦਰ ਜੀ, ਚੰਗੇ ਸ਼ਬਦ ਵਰਤਣ ਲਈ ਮੇਰੇ ਪ੍ਰਸੰਗ ਵਿੱਚ। ਮੇਰੇ ਬਹੁਤ ਹੀ ਮਾਣਯੋਗ ਤੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਸੁਰਜੀਤ, ਮੇਰੇ ਅਜ਼ੀਜ਼ ਦੋਸਤ, ਇੰਨੇ ਹੀ ਅਜ਼ੀਜ਼ ਦੋਸਤ ਰਜਿੰਦਰਪਾਲ ਸਿੰਘ ਜੀ ਬਰਾੜ ਤੇ ਹੋਰ ਸਾਰੇ ਮੇਰੇ ਅਜ਼ੀਜ਼ ਹੋ। ਇਸ ਉਮਰ 'ਚ ਤਾਂ ਮੈਂ ਕਹਿ ਹੀ ਸਕਦਾ ਕਿ ਮੇਰੇ ਅਜ਼ੀਜ਼ ਵੀ ਹੋ ਤੇ ਦੋਸਤ ਵੀ ਹੋ। ਅੱਜ ਬਾਕੀ ਸਾਰਿਆਂ ਨੂੰ ਮੈਂ ਨਮਸਕਾਰ ਕਰਦਾ, ਸਾਰੇ ਪਾਰਟਿਸਪੈਂਟਸ ਨੂੰ। ਔਰ ਜਿਸ ਤਰ੍ਹਾਂ ਡਾਕਟਰ ਸੁਰਜੀਤ ਨੇ ਸਿਰਫ ਸਵਾਗਤੀ ਸ਼ਬਦ ਹੀ ਨਹੀਂ ਕਹੇ, ਉਹਨਾਂ ਨੇ ਵਿਆਖਿਆਕਾਰੀ ਦੇ ਜਿਹੜੇ ਬੁਨਿਆਦੀ ਮਸਲੇ ਨੇ ਔਰ ਖ਼ਾਸ ਤੌਰ 'ਤੇ ਕਿਸੇ ਟੈਕਸਟ ਨੂੰ ਸਮੇਂ ਦੇ ਮੁਤਾਬਕ ਅੱਜ ਦੇ ਪ੍ਰਸੰਗ ਵਿੱਚ ਸਮਝਣ ਦੀਆਂ ਜਿਹੜੀਆਂ ਲੋੜਾਂ ਨੇ, ਉਹਨਾਂ ਵੱਲ ਬੜੇ ਮਹੱਤਵਪੂਰਨ ਸੰਕੇਤ ਕੀਤੇ ਨੇ। ਤੇ ਇਸੇ ਤਰ੍ਹਾਂ ਹੀ ਡਾਕਟਰ ਰਜਿੰਦਰਪਾਲ ਬਰਾੜ ਹੋਰਾਂ ਨੇ ਜਿਹੜਾ ਵਿਆਖਿਆਕਾਰੀ ਦਾ ਇਹ ਅੱਜ ਦੇ ਇਸ ਜਿਹੜੀ ਵਰਕਸ਼ਾਪ ਹੈ 7 ਦਿਨਾਂ ਦੀ, ਇਸ ਦਾ ਜਿਹੜਾ ਕਨਸੈਪਟ ਨੋਟ ਉਹਨਾਂ ਨੇ ਸਾਡੇ ਸਾਹਮਣੇ ਰੱਖਿਆ ਹੈ, ਉਹ ਹੋਰ ਵੀ ਮਹੱਤਵਪੂਰਨ ਹੈ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਜਿਸ ਗੁਰੂ ਦੀ ਬਾਣੀ ਦੀ ਵਿਆਖਿਆ ਦੇ ਬਾਰੇ ਅਸੀਂ ਗੱਲ ਕਰਨ ਦੇ ਲਈ ਇਕੱਤਰ ਹੋਏ ਹਾਂ, ਇਸ ਦੇ ਵਿੱਚ ਉਹਨਾਂ ਨੇ ਉਸ ਦੇ ਨਾਲ ਜੁੜੇ ਇਤਿਹਾਸਕ ਪ੍ਰਸੰਗ, ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਅਦੁੱਤੀ ਸ਼ਖਸੀਅਤ ਤੇ ਉਹਨਾਂ ਦੀ ਅਦੁੱਤੀ ਸ਼ਹਾਦਤ ਬਾਰੇ ਇੱਕ ਜਿਹੜਾ ਨਵਾਂ ਪ੍ਰਸੰਗ ਜੋੜਿਆ, ਉਹ ਵਿਆਖਿਆਕਾਰੀ ਦੇ ਨਾਲ ਬੜੀ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ। ਕਿਉਂਕਿ ਕੋਈ ਵੀ ਜਿਹੜੀ ਟੈਕਸਟ ਹੈ ਉਹ ਆਪਣੇ ਪ੍ਰਸੰਗ ਦੇ ਵਿੱਚ ਅਰਥ ਦਿੰਦੀ ਹੈ, ਤੇ ਪ੍ਰਸੰਗ ਜਿਹੜਾ ਨਾ ਉਹ ਇੱਕ ਇਤਿਹਾਸ ਦਾ ਵੀ ਹੈ ਤੇ ਇੱਕ ਯੂਨੀਵਰਸਲ ਪ੍ਰਸੰਗ ਵੀ ਹੈ। ਉਹਨਾਂ ਨੇ ਬੜੀ ਦਿਲਚਸਪ ਲਾਸਟ ਵਿੱਚ ਜਿਹੜੀ ਗੱਲ ਕਹੀ ਹੈ, ਉਹ ਬੜੀ ਮਹੱਤਵਪੂਰਨ, ਉਹਨਾਂ ਨੇ ਇੱਕ ਚਰਚਾ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਧਰੇ ਤਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ, ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਹਿੰਦੇ ਨੇ ਤੇ ਕਿਤੇ ਉਸ ਸ੍ਰਿਸ਼ਟੀ ਦੀ ਚਾਦਰ ਕਹਿੰਦੇ ਨੇ। ਇਹ ਦੋਵੇਂ ਗੱਲਾਂ ਠੀਕ ਨੇ, ਕਿਉਂਕਿ ਗੁਰੂ ਤੇਗ ਬਹਾਦਰ ਹਿੰਦ ਦੇ ਵਿੱਚ ਪੈਦਾ ਹੋਏ, ਉਹਨਾਂ ਦਾ ਇੱਕ ਇਮੀਡੀਏਟ ਇਤਿਹਾਸਕ ਪ੍ਰਸੰਗ ਹੈ, ਉਸ ਤੋਂ ਅਸੀਂ ਅੱਖਾਂ ਨਹੀਂ ਮੋੜ ਸਕਦੇ। ਜੇ ਕਿਰਪਾ ਰਾਮ ਜਿਹੜਾ ਕਸ਼ਮੀਰੀ ਪੰਡਿਤ ਫਰਿਆਦ ਲੈ ਕੇ ਆਉਂਦਾ ਹੈ ਤੇ ਉਸ ਫਰਿਆਦ ਨੂੰ ਸੁਣ ਕੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਔਰ ਤਿਲਕ ਜੰਜੂ ਦੀ ਰਾਖੀ ਦੇ ਵਿੱਚ ਲਈ ਹੁੰਦੀ ਹੈ, ਉਸ ਦੇ ਪ੍ਰਸੰਗ ਦੇ ਨਾਲ ਇੱਕ ਜਿਹੜਾ ਉਸ ਵੇਲੇ ਦਾ ਇੱਕ ਦਮਨਕਾਰੀ ਤੰਤਰ ਹੈ, ਜਿਹਦੇ ਦੋ ਲੱਛਣ ਜਿਹੜੇ ਨੇ ਉਹ ਕਈ ਵਾਰ ਅਸੀਂ ਭੁੱਲ ਜਾਂਦੇ ਹਾਂ। ਉਹ ਹੈ ਜਬਰੀ ਧਰਮ ਪਰਿਵਰਤਨ ਤੇ ਦੂਸਰਾ ਹੈ ਰਿਲੀਜੀਅਸ ਇਨਟੋਲਰੈਂਸ। ਇਹ ਸ਼ਹਾਦਤ ਜਿਹੜੀ ਹੈ ਇਹਨਾਂ ਦੋਨਾਂ ਦੇ ਪ੍ਰਸੰਗ ਵਿੱਚ ਹੈ। ਜਦੋਂ ਉਹ ਠੀਕ ਹੈ ਕਿ ਤਿਲਕ ਜੰਜੂ ਦੀ ਰਾਖੀ ਦੇ ਲਈ ਤਾਂ ਸ਼ਹਾਦਤ ਕਰਨ ਲਈ ਦਿੱਲੀ ਜਾਂਦੇ ਨੇ, ਮਸਲਾ ਇੱਕ ਹੋਰ ਹੋ ਜਾਂਦਾ ਉਹਨਾਂ ਦੇ ਸਾਹਮਣੇ। ਉਹਨਾਂ ਨੂੰ ਔਰੰਗਜ਼ੇਬ ਇਹ ਕਹਿੰਦਾ ਹੈ ਕਿ ਜਾਂ ਤਾਂ ਤੁਸੀਂ ਧਰਮ ਪਰਿਵਰਤਨ ਕਰ ਲਓ ਤੇ ਜਾਂ ਫਿਰ ਸ਼ਹੀਦੀ ਦੇ ਦਿਓ। ਇਹ ਮਸਲਾ ਫਿਰ ਸਿਰਫ ਕਸ਼ਮੀਰੀ ਪੰਡਤਾਂ ਦਾ ਨਹੀਂ ਰਹਿੰਦਾ, ਗੁਰੂ ਤੇਗ ਬਹਾਦਰ ਜੀ ਦੇ ਲਈ ਆਪਣਾ ਨਿੱਜੀ ਮਸਲਾ ਵੀ ਰਹਿ ਜਾਂਦਾ। ਉਹਨਾਂ ਦੀ ਕਮਿਟਮੈਂਟ, ਉਹਨਾਂ ਦੀ ਪ੍ਰਮਾਣਿਕਤਾ, ਉਹ ਸਾਰਿਆਂ ਦਾ ਮਸਲਾ ਬਣ ਜਾਂਦਾ। ਮੈਨੂੰ ਲੱਗਦਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਸਾਹਿਬਾਨ ਦਾ ਹਿੰਦ ਦੇ ਨਾਲ ਜਿਹੜਾ ਰਿਸ਼ਤਾ ਗੁਰੂ ਨਾਨਕ ਦੇਵ ਜੀ ਤੋਂ ਹੀ ਜੁੜਿਆ ਹੋਇਆ ਹੈ। ਉਹ ਹਿੰਦ ਤੋਂ ਬਾਹਰ ਨਹੀਂ ਸਨ,
ਹਿੰਦ ਨੂੰ ਪਤਾ ਨਹੀਂ ਕਿਉਂ ਸਾਨੂੰ ਇਹ ਭੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੁਰੂਆਂ ਦਾ ਸਿਰਫ ਵਿਸ਼ਵ ਨਾਲ ਹੀ ਰਿਸ਼ਤਾ, ਹਿੰਦ ਨਾਲ ਕੋਈ। ਉਹ ਜਦੋਂ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜਦੋਂ ਬਾਬਰ ਆਉਂਦਾ ਤੇ ਉਹ ਹਿੰਦ ਦੀ ਗੱਲ ਕਰਦੇ ਨੇ, ਪੰਜਾਬੀ ਹੁੰਦੇ ਹੋਏ, ਪੰਜਾਬ ਵਿੱਚ ਰਹਿੰਦੇ ਹੋਏ ਹਿੰਦ ਦੀ ਗੱਲ ਕਰਦੇ ਨੇ। ਮੈਨੂੰ ਲੱਗਦਾ ਕਿ ਇਹ ਵੀ ਇੱਕ ਮਸਲਾ ਜਿਹੜਾ ਨਾ ਸਾਨੂੰ ਧਿਆਨ 'ਚ ਰੱਖਣਾ ਚਾਹੀਦਾ। ਇਹਦੇ ਨਾਲ ਜੁੜੀ ਹੋਈ ਜਿਹੜੀ ਵਿਆਖਿਆਕਾਰੀ ਦੀ ਜਿਹੜੀ ਥਿਊਰੀ ਹੈ, ਉਹ ਇਹ ਕਹਿੰਦੀ ਹੈ ਕਿ ਹਰ ਟੈਕਸਟ ਦੇ ਦੋ ਤਰ੍ਹਾਂ ਦੇ ਪ੍ਰਸੰਗ ਹੁੰਦੇ ਨੇ। ਇੱਕ ਉਹਦਾ ਇਮੀਡੀਏਟ ਪ੍ਰਸੰਗ ਹੁੰਦਾ, ਜਿਹਨੂੰ ਅਸੀਂ ਸਥਾਨਕ ਅਰਥ ਕਹਿੰਦੇ ਹਾਂ, ਤੇ ਦੂਸਰਾ ਉਹਦਾ ਯੂਨੀਵਰਸਲ ਮੀਨਿੰਗ ਹੁੰਦਾ। ਇਹ ਦੋਵੇਂ ਗੱਲਾਂ ਹੀ ਧਿਆਨ 'ਚ ਰੱਖਣ ਵਾਲੀਆਂ ਨੇ। ਜੇ ਅਸੀਂ ਆਪਣੇ ਦੇਸ਼ ਦੇ ਉੱਪਰ, ਸਾਡੇ ਦੇਸ਼ ਦੇ ਲੋਕਾਂ ਦੇ ਨਾਲ ਜੋ ਕੁਝ ਵਾਪਰਿਆ, ਜੋ ਦਮਨ ਹੋਇਆ, ਜੋ ਗੁਲਾਮੀ ਦੀ ਜਿਹੜੀ ਸੱਭਿਆਚਾਰਕ ਗੁਲਾਮੀ ਸਾਡੇ ਥੋਪੀ ਗਈ ਹੈ, ਉਹਦੀ ਗੱਲ ਨਹੀਂ ਕਰਦੇ, ਤੇ ਰੈਜ਼ਿਸਟੈਂਸ ਗੁਰੂ ਸਾਹਿਬਾਨ ਨੇ ਗੁਰੂ ਅਰਜਨ ਦੇਵ ਦੇ ਵੇਲੇ ਤੋਂ ਹੀ ਦਿੱਤੀ ਹੈ। ਗੁਰੂ ਅਰਜਨ ਦੇਵ ਦੀ ਸ਼ਹਾਦਤ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਾਡੇ ਇਸ ਦੇਸ਼ ਦੀ ਮਿੱਟੀ ਦੇ ਉੱਪਰ ਵਸਣ ਵਾਲੇ ਬੰਦਿਆਂ ਦੀ ਧਾਰਮਿਕ ਆਜ਼ਾਦੀ ਦੇ ਲਈ ਹੈ। ਉਹ ਸਿੰਬੋਲਿਕ ਬਣ ਜਾਂਦੀ ਹੈ ਕਿ ਉਹ ਉਹਦਾ ਇੱਕ ਯੂਨੀਵਰਸਲ ਮੀਨਿੰਗ ਹੈ। ਯੂਨੀਵਰਸਲ ਮੀਨਿੰਗ ਵੀ ਉਨਾ ਹੀ ਵੱਡਾ ਹੈ ਜਿੰਨਾ ਸਥਾਨਕ ਮੀਨਿੰਗ ਹੈ, ਪਹਿਲੀ ਗੱਲ। ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਹੁਣ ਵਿਆਖਿਆਕਾਰੀ ਦਾ ਮਸਲਾ ਹੈ। ਵਿਆਖਿਆਕਾਰੀ ਕੀ ਹੈ? ਭਾਰਤੀ ਤੇ ਪੱਛਮੀ ਦੋਵੇਂ ਪਰੰਪਰਾਵਾਂ ਨੇ। ਕਿਸੇ ਟੈਕਸਟ ਦੇ ਅੰਦਰ ਉਹਦੇ ਅਰਥਾਂ ਨੂੰ ਨਿਰਧਾਰਿਤ ਕਰਨ ਦੀ ਕਲਾ, ਵਿਗਿਆਨ, ਇਹ ਵਿਆਖਿਆਕਾਰੀ, ਇਹ ਵਿਆਖਿਆ ਸ਼ਾਸਤਰ। ਤੇ ਵਿਆਖਿਆ ਸ਼ਾਸਤਰ ਤੇ ਵਿਆਖਿਆਕਾਰੀ ਦੋਨਾਂ 'ਚ ਅੰਤਰ ਹੈ। ਵਿਆਖਿਆ ਸ਼ਾਸਤਰ ਜਿਹੜਾ ਹੈ ਉਹ ਕਿਸੇ ਟੈਕਸਟ ਦੀ ਸਿਰਜਣਾ ਦੇ ਵਿੱਚ ਜਿਸ ਤਰ੍ਹਾਂ ਦਾ ਪ੍ਰਸੰਗ ਉਹਦੇ 'ਚ ਕਾਰਜਸ਼ੀਲ ਹੈ, ਉਸ ਦੇ ਸਿਧਾਂਤਕ ਪੱਖ ਦੀ ਸਾਨੂੰ ਚੇਤਨਾ ਦਿੰਦਾ। ਜਿਵੇਂ ਸਾਡੇ ਕੋਲ ਭਾਰਤ ਦੀ ਪਰੰਪਰਾ ਹੈਗੀ ਹੈ, ਵੇਦ ਜਿਹੜਾ ਨਾ ਉਹ ਗਿਆਨ ਗ੍ਰੰਥ ਨੇ ਸਾਡੇ। ਇਹ ਕੋਈ ਪਾਵਨ ਗ੍ਰੰਥ ਨਹੀਂ ਹੈਗੇ, ਗੱਲ ਯਾਦ ਰੱਖਣੀ ਚਾਹੀਦੀ ਹੈ। ਸਾਡੀ ਜਿਹੜੀ ਸਭਿਅਤਾ ਹੈ ਉਹਦੀ ਇੱਕ ਆਪਣੀ ਵਿਲੱਖਣਤਾ ਹੈ। ਸਾਡੀ ਸਭਿਅਤਾ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਵਿਆਖਿਆਕਾਰੀ ਦੀ ਸ਼ੁਰੂਆਤ ਹੁੰਦੀ ਹੈ ਉਹ ਵੇਦਾਂਗ ਦੇ ਨਾਲ ਹੁੰਦੀ ਹੈ। ਵੇਦਾਂਗ ਤੁਸੀਂ ਦੇਖੋ ਖੂਬਸੂਰਤ 6 ਉਹਦੇ 'ਚ ਗਿਆਨ ਦੇ ਅਨੁਸ਼ਾਸਨ ਨੇ। ਸਿੱਖਿਆ, ਕਲਪ, ਨਿਰੁਕਤ ਔਰ ਵਿਆਕਰਣ ਤੇ ਉਹਦੇ ਛੰਦ ਆ ਜਾਂਦਾ ਔਰ ਜੋਤਿਸ਼ ਆ ਜਾਂਦਾ। ਇਹ 6 ਜਿਹੜੇ ਅਨੁਸ਼ਾਸਨ ਨੇ। ਹੁਣ ਵੇਦ ਪਾਠ ਜਿਹੜਾ ਨਾ ਉਸ ਦੀ ਇੱਕ ਆਪਣੀ ਵੱਖਰੀ ਪ੍ਰਕਿਰਤੀ ਹੈ। ਉਹ ਮੰਤਰ ਦੇ ਰੂਪ ਵਿੱਚ ਹੈ, ਉਹ ਇੱਕ ਸਧਾਰਨ ਭਾਸ਼ਾ ਦਾ ਪ੍ਰਯੋਗ ਨਹੀਂ। ਉਹਦਾ ਡਿਸਕੋਰਸ ਜਿਹੜਾ ਹੈ ਉਹ ਇੱਕ ਖਾਸ ਕਿਸਮ ਦੀ ਜਿਹੜੀ ਐਸੀ ਭਾਸ਼ਾ ਵਿੱਚ ਹੈ ਜਿਹੜੇ ਮੰਤਰ ਦੀ ਸ਼ੈਲੀ ਦੇ ਵਿੱਚ ਹੈ। ਤੇ ਮੰਤਰ ਸ਼ੈਲੀ ਦੇ ਵਿੱਚ ਪੂਰੀ ਵਿਆਕਰਨਕ ਤੌਰ ਤੇ ਪੂਰਾ ਵਾਕ ਨਹੀਂ ਹੁੰਦਾ, ਉਹਦੇ 'ਚ ਸੰਕੇਤ ਹੁੰਦੇ ਨੇ, ਪ੍ਰਸੰਗ ਹੁੰਦੇ ਨੇ, ਆਵਾਹਨ ਹੁੰਦਾ ਹੈ। ਤੇ ਉਸ ਦੇ ਅਰਥਾਂ ਨੂੰ ਨਿਰਧਾਰਿਤ ਕਰਨ ਦੇ ਲਈ ਭਾਰਤੀ ਆਚਾਰੀਆਂ ਨੇ ਉਸ ਦੇ ਸ਼ਬਦਾਂ ਦੇ ਨਿਰੁਕਤ ਦੀ ਗੱਲ ਕੀਤੀ ਹੈ, ਵਿਆਕਰਣ ਦੀ ਗੱਲ ਕੀਤੀ ਹੈ, ਔਰ ਫਿਰ ਉਹਨਾਂ ਦੀ ਸਿੱਖਿਆ ਦੀ ਗੱਲ ਕੀਤੀ। ਸਿੱਖਿਆ ਦਾ ਮਤਲਬ ਐਜੂਕੇਸ਼ਨ ਨਹੀਂ ਹੈਗਾ, ਸਿੱਖਿਆ ਦਾ ਮਤਲਬ ਹੈ ਫੋਨੈਟਿਕਸ, ਕਿ ਸ਼ਬਦਾਂ ਦੀ ਨੂੰ ਉਚਾਰਨ ਕਿਵੇਂ ਕਰਨਾ ਹੈ, ਉਹਦੇ ਨਾਲ ਵੀ ਉਹਦਾ ਅਰਥ ਜੁੜਿਆ ਹੋਇਆ। ਤਾਂ ਇਹ ਇੱਕ ਤਾਂ ਸਾਡੀ ਜਿਹੜੀ ਵਿਆਖਿਆਕਾਰੀ ਦੀ ਭਾਰਤੀ ਪਰੰਪਰਾ ਹੈ ਉਹ ਇਸ ਕਰਕੇ ਮਹੱਤਵਪੂਰਨ ਹੈ ਕਿ ਜਿਹੜੀ ਗੁਰਬਾਣੀ ਹੈ ਉਹ ਸਾਡੇ ਭਾਰਤ ਦੀ ਉਸ ਗਿਆਨ ਪਰੰਪਰਾ ਦੇ ਨਾਲ ਜੁੜੀ ਹੋਈ ਹੈ। ਵੇਦਾਂ ਦੇ ਵਿੱਚੋਂ 3 ਪਰੰਪਰਾਵਾਂ ਜਨਮ ਲੈਂਦੀਆਂ ਨੇ। ਇੱਕ ਉਪਾਸਨਾ ਕਾਂਡ ਹੈ, ਇੱਕ ਕਰਮ ਕਾਂਡ ਹੈ ਤੇ ਇੱਕ ਗਿਆਨ ਕਾਂਡ ਹੈ। ਗੁਰਬਾਣੀ ਜਿਹੜੀ ਹੈ ਉਹ ਕਰਮ ਤੇ ਉਪਾਸਨਾ, ਕਰਮ ਕਾਂਡ ਜਿਹੜਾ ਨਾ ਉਹ ਰਿਚੁਅਲਿਜ਼ਮ ਹੈ। ਗੁਰਬਾਣੀ ਰਿਚੁਅਲਿਜ਼ਮ ਨੂੰ ਐਕਸੈਪਟ ਨਹੀਂ ਕਰਦੀ। ਔਰ ਹਵਨ ਤੇ ਯੱਗ ਦੀ ਜਿਹੜੀ ਕਿਰਿਆ ਹੈ ਉਸ ਦੇ ਨਾਲ ਉਹਦਾ ਬਹੁਤਾ ਸਰੋਕਾਰ ਨਹੀਂ, ਸਰੋਕਾਰ ਹੀ ਨਹੀਂ। ਲੇਕਿਨ ਜਿਹੜਾ ਵੇਦਾਂ ਤੋਂ ਗਿਆਨ ਖੰਡ ਸ਼ੁਰੂ ਹੁੰਦਾ ਹੈ, ਜਿਹੜਾ ਉਪਨਿਸ਼ਦਾਂ ਤੱਕ ਆਉਂਦਾ ਹੋਇਆ ਵੇਦਾਂਤ ਦੇ ਫਲਸਫੇ ਦੇ ਰੂਪ ਵਿੱਚ ਉਜਾਗਰ ਹੁੰਦਾ ਹੈ, ਉਹਦੇ ਨਾਲ ਗੁਰਬਾਣੀ ਦਾ ਬਹੁਤ ਡੂੰਘਾ ਸਰੋਕਾਰ ਹੈ। ਕਿਉਂਕਿ ਗੁਰਬਾਣੀ ਜਿਹੜੀ ਹੈ ਉਹ ਇਸ ਬ੍ਰਹਿਮੰਡ ਨੂੰ ਬ੍ਰਹਮ ਦੇ ਨੁਕਤੇ ਤੋਂ ਦੇਖਦੀ ਹੈ। ਹੁਣ ਤੁਸੀਂ ਗੁਰੂ ਤੇਗ ਬਹਾਦਰ ਜੀ ਦਾ ਮੈਂ ਥੋੜਾ ਜਿਹਾ ਸ਼ਬਦ ਸੁਣਾਉਣਾ, ਉਹਦੇ 'ਚ ਉਹਨਾਂ ਨੇ ਵਰਤਿਆ ਕਿ ਜਹ ਮਾਇਆ ਮਮਤਾ ਤਜੀ
ਸਭ ਤੇ ਭਇਓ ਉਦਾਸ, ਕਹ ਨਾਨਕ ਸੁਨ ਰੇ ਮਨਾ, ਤਹਿ ਘਟ ਬ੍ਰਹਮ ਨਿਵਾਸ। ਤੇ ਗੁਰੂ ਨਾਨਕ ਦੇਵ ਜੀ ਜਦੋਂ ਬਾਣੀ ਆਪਣੀ ਗੱਲ ਦੇ ਬਾਰੇ ਗੱਲ ਕਰਦੇ ਨੇ ਤਾਂ ਉਹ ਵੀ ਇਹੀ ਗੱਲ ਕਹਿੰਦੇ ਨੇ ਕਿ ਗਾਵੋ ਗੀਤ ਨਾ ਬਿਰਹੜਾ, ਨਾਨਕ ਬ੍ਰਹਮ ਵਿਚਾਰੋ। ਗੁਰਬਾਣੀ ਜਿਹੜੀ ਹੈ ਉਹ ਬ੍ਰਹਮ ਵਿਚਾਰ ਉਹਦਾ ਕੇਂਦਰ ਬਿੰਦੂ ਹੈ। ਤੇ ਬ੍ਰਹਮ ਕੀ ਹੈ, ਜਿੰਨੀ ਦੇਰ ਤੱਕ ਇਹ ਨਹੀਂ ਸਮਝਾਂਗੇ ਉਨੀ ਦੇਰ ਤੱਕ ਸਾਨੂੰ ਇਹ ਗੱਲ ਸਮਝ ਨਹੀਂ ਆਏਗੀ। ਸਾਡੀ ਪਰੰਪਰਾ ਦੇ ਵਿੱਚ ਜਿਹੜੀ ਸਾਡੀ ਸਿਵਲਾਈਜੇਸ਼ਨ ਹੈ, ਜਿਹਦੇ ਵਿੱਚ 4 ਧਰਮ ਪਰੰਪਰਾਵਾਂ ਇਸ ਧਰਤੀ ਦੀ ਮਿੱਟੀ ਵਿੱਚੋਂ ਉੱਗੀਆਂ ਨੇ, ਔਰ ਉਹ ਸਨਾਤਨ ਧਰਮ ਹੈ, ਜੈਨ ਧਰਮ ਹੈ, ਬੁੱਧ ਧਰਮ ਹੈ ਤੇ ਸਿੱਖ ਧਰਮ ਹੈ। ਇਹ ਚਾਰੇ ਧਰਮ ਆਪਣੇ ਆਪ 'ਚ ਇੱਕ ਇੰਡੀਪੈਂਡੈਂਟ ਵਰਲਡ ਰਿਲੀਜਨ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਇਹਨਾਂ ਦੀ ਇੱਕ ਆਪਣੀ ਹਕੀਕਤ ਹੈ, ਇਹਨਾਂ ਦੀ ਦ੍ਰਿਸ਼ਟੀ ਹੈ, ਇਹਨਾਂ ਦਾ ਇੱਕ ਆਪਣਾ ਵਿਜ਼ਨ ਹੈ ਔਰ ਇੱਕ ਜੀਵਨ ਸ਼ੈਲੀ ਹੈ। ਲੇਕਿਨ ਇਹਨਾਂ ਚਾਰਾਂ ਧਰਮ ਪਰੰਪਰਾਵਾਂ ਨੂੰ ਜੋੜਨ ਵਾਲੀ ਸਭਿਅਤਾ ਦੀ ਇੱਕ ਅੰਦਰਲੀ ਵਿਸ਼ਵ ਦ੍ਰਿਸ਼ਟੀ ਵੀ ਹੈ, ਜਿਹੜੀ ਇਹਨਾਂ ਚਾਰਾਂ ਨੂੰ ਸਾਂਝ ਵਿੱਚ ਜੋੜਦੀ ਹੈ। ਇਹ ਸਾਂਝ ਅਬਰਾਹਮਿਕ ਰਿਲੀਜਨ ਦੇ ਵਿੱਚ ਵੀ ਹੈ। ਅਬਰਾਹਮ ਦੇ ਵਿੱਚ ਰਿਲੀਜਨਸ ਨੇ, ਉਸ ਪਰੰਪਰਾ ਵਿੱਚ ਯਹੂਦੀ ਧਰਮ, ਈਸਾਈ ਧਰਮ ਤੇ ਇਸਲਾਮ, ਉਹ ਆਪਸ ਵਿੱਚ ਵੀ ਲੜਦੇ ਨੇ, ਲੇਕਿਨ ਸਾਂਝ ਦੇ ਸੂਤਰ ਉਹਨਾਂ ਵਿੱਚ ਵੀ ਨੇ, ਕਿਉਂਕਿ ਉਹ ਥਿਓਲੋਜੀਕਲ ਨੇ। ਔਰ ਕਿਉਂਕਿ ਉਹ ਉਹਨਾਂ ਦਾ ਜਿਹੜਾ ਪ੍ਰਾਈਮ ਸਿੰਬਲ ਹੈ ਉਹ ਅੱਲਾ ਹੈ, ਗॉड ਹੈ ਔਰ ਐਲੋਹੀਮ ਹੈ। ਔਰ ਉਹ ਬ੍ਰਹਮ ਨਾਲੋਂ ਬਿਲਕੁਲ ਵਿਪਰੀਤ ਹੈ, ਵੱਖਰਾ ਹੈ। ਵੱਖਰਤਾ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਬ੍ਰਹਮ ਜਿਹੜਾ ਨਾ ਉਹ ਅਲਟੀਮੇਟ ਰਿਐਲਿਟੀ ਦਾ ਪ੍ਰਤੀਕ ਹੈ। ਬ੍ਰੀਹੀਤੇ ਇਤੀ ਬ੍ਰਹਮ, ਬ੍ਰਹਮ ਤਾਂ ਉਹ ਹੈ ਜਿਹੜਾ ਵੱਧ ਕੇ ਫੈਲ ਗਿਆ। ਔਰ ਇਸ ਜਿਹੜਾ ਹੈਗਾ ਕਿ ਸਰਵਮ ਖਲੂ ਇਦਮ ਬ੍ਰਹਮ, ਰਿਸ਼ੀ ਨੇ ਪਰਿਭਾਸ਼ਿਤ ਕੀਤਾ ਹੈ ਕਿ ਜੋ ਕੁਝ ਵੀ ਸਾਡੀ ਨਜ਼ਰ ਦੇ ਜ਼ਾਵੀਏ ਵਿੱਚ ਨਜ਼ਰ ਆਉਂਦਾ ਹੈ ਉਹ ਸਾਰਾ ਕੁਝ ਬ੍ਰਹਮ ਹੈ। ਇਹ ਤਾਂ ਇੱਕ ਵੱਖਰੀ ਤਰ੍ਹਾਂ ਦੀ ਸੋਚ ਦੀ ਸ਼ੁਰੂਆਤ ਹੈ ਕਿ ਅਸੀਂ ਰਿਐਲਿਟੀ ਦੇ ਪਰਮ ਰੂਪ ਤੋਂ ਗੱਲ ਸ਼ੁਰੂ ਕਰਦੇ ਹਾਂ, ਜਦੋਂ ਕਿ ਜਿਹੜਾ ਅਬਰਾਹਮਿਕ ਰਿਲੀਜਨ ਹੈ ਉਹ ਅੱਲਾ, ਗॉड, ਜਿਹੜਾ ਟ੍ਰਾਂਸੈਂਡੈਂਟ ਬੀਇੰਗ ਦੇ ਵਿੱਚ ਵਿਸ਼ਵਾਸ ਦੇ ਉੱਪਰ ਟਿਕਿਆ ਹੋਇਆ ਹੈ। ਔਰ ਕੁਝ ਕਮਾਲ ਦੀ, ਜਦੋਂ ਮਾਰਕਸਿਸਟ ਨਵਾਂ ਬਣਿਆ ਤੇ ਮੈਂ ਉਹਦੇ 'ਚ ਦੇਖਿਆ ਕਿ ਮਾਰਕਸ ਕਹਿੰਦਾ ਕਿ ਧਰਮ ਤਾਂ ਰਿਲੀਜਨ ਜਿਹੜਾ ਨਾ ਉਹ ਇਹ ਅਫੀਮ ਹੈ। ਇਹ ਮੈਨੂੰ ਲੱਗਿਆ ਕਿ ਜਦੋਂ ਗੁਰੂ ਨਾਨਕ ਬਾਣੀ ਮੈਂ 50 ਸਾਲ ਪਹਿਲਾਂ 55 ਸਾਲ ਪਹਿਲਾਂ ਸ਼ੁਰੂ ਕੀਤੀ, ਮੈਨੂੰ ਲੱਗਿਆ ਕਿ ਬਾਬੇ ਮਾਰਕਸ ਦੀ ਜਿਹੜੀ ਗੱਲ ਹੈ ਉਹ ਸਾਡੀ ਸਭਿਅਤਾ ਦੇ 4 ਧਰਮਾਂ ਦੇ ਉੱਪਰ ਲਾਗੂ ਹੀ ਨਹੀਂ ਹੁੰਦੀ, ਕਿਉਂਕਿ ਉਹਨਾਂ ਦੀ ਜਿਹੜੀ ਗੱਲ ਕਹੀ ਹੋਈ ਹੈ ਉਹ ਫੇਥ ਬੇਸਡ ਰਿਲੀਜਨ ਦੇ ਉੱਪਰ ਬੇਸਡ ਹੈ। ਸਾਡੇ 4 ਧਰਮ ਜਿਹੜੇ ਨੇ ਉਹ ਰੀਅਲਾਈਜੇਸ਼ਨ ਬੇਸਡ ਧਰਮ ਨੇ, ਮਜ਼ਹਬ ਨਹੀਂ ਹੈਗੇ, ਨਾ ਇਹ ਰਿਲੀਜਨ ਨੇ। ਤੇ ਉਹ ਇਹਦਾ ਵਿੱਚ ਮਤਲਬ ਹੈ ਕਿ ਸਾਡੀ ਜਿਹੜੀ ਜ਼ਿੰਦਗੀ ਬਾਰੇ ਦ੍ਰਿਸ਼ਟੀ ਹੈ ਉਹ ਹੈ ਕਿ ਇੱਕ ਪਰਮ ਸੱਚ ਹੈ ਔਰ ਇੱਕ ਭਰਮ ਸੱਚ ਹੈ, ਤੇ ਉਹਦੇ ਵਿੱਚ ਸਾਡਾ ਨਿਵਾਸ ਹੈ। ਗੁਰੂ ਨਾਨਕ ਨੇ ਜਦੋਂ ਕਿਹਾ ਨਾ ਕਿ ਆਤਮ ਮੈਂ ਰਾਮ, ਰਾਮ ਮੈਂ ਆਤਮ, ਚੀਨਸ ਗੁਰ ਵਿਚਾਰਾ, ਤੇ ਸਾਡੀ ਦ੍ਰਿਸ਼ਟੀ ਤਾਂ ਇਹ ਹੈ ਕਿ ਅਸੀਂ ਉਸ ਪਰਮ ਸੱਚ ਦਾ, ਗੁਰੂ ਨਾਨਕ ਦੇਵ ਜੀ ਨੇ ਬ੍ਰਹਮ ਨੂੰ ਬੜੇ ਸੌਖੇ ਸ਼ਬਦਾਂ 'ਚ ਪੰਜਾਬੀ ਦੇ ਵਿੱਚ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਗੱਲ ਸਮਝਣ ਦੀ ਇਹ ਹੈ ਕਿ ਸਾਰੇ ਧਰਮ ਇੱਕ ਨਹੀਂ ਹੈਗੇ, ਉਹਨਾਂ ਦੀ ਵੱਖਰਤਾ ਹੈ। ਵੱਖਰਤਾ ਨੂੰ ਪਛਾਣਨਾ ਵੀ ਜ਼ਰੂਰੀ ਹੈ, ਸਾਂਝ ਪੈਦਾ ਹੋਣੀ ਚਾਹੀਦੀ ਹੈ, ਡਾਇਲੌਗ ਹੋਣਾ ਚਾਹੀਦਾ ਹੈ, ਲੇਕਿਨ ਪਹਿਲਾਂ ਵੱਖਰਤਾ ਵੀ ਪਛਾਣਨੀ ਚਾਹੀਦੀ ਹੈ ਕਿ ਅਸੀਂ ਕਿੱਥੋਂ ਬੋਲਦੇ ਹਾਂ, ਦੂਜੇ ਕਿੱਥੋਂ ਬੋਲਦੇ ਨੇ, ਤੇ ਫਿਰ ਸਾਡੇ ਬੋਲਣ ਦੇ ਵਿੱਚ ਜੇ ਪਲੂਰਲਿਸਟਿਕ ਵਿਜ਼ਨ ਹੈ ਉਹਨਾਂ ਵਿੱਚ ਨਹੀਂ ਹੈ। ਤੇ ਅੱਜ ਦੇ ਜਿਹੜੇ ਵਿਸ਼ਵ ਜਿਹੜਾ ਪਲੂਰਲਿਸਟਿਕ ਵਿਜ਼ਨ ਹੈ, ਜਿਹੜਾ ਮਲਟੀ ਰਿਲੀਜੀਅਸ, ਮਲਟੀ ਲਿੰਗੁਅਲ, ਮਲਟੀ ਕਲਚਰਲ ਵਰਲਡ ਜਿਹੜਾ ਇਮਰਜ ਹੋ ਰਿਹਾ ਹੈ, ਉਹਦੇ ਵਿੱਚ ਕੋਈ ਵੀ ਉਹ ਪਰੰਪਰਾ ਜਿਹੜੀ ਸਿਰਫ ਆਪਣੇ ਆਪ ਨੂੰ ਹਉਮੈ ਦੇ ਰੂਪ ਵਿੱਚ ਕਹਿੰਦੀ ਹੈ ਕਿ ਸੱਚ ਸਿਰਫ ਸਾਡੇ ਕੋਲ ਹੈ, ਉਸ ਨੂੰ ਸੋਚਣਾ ਪਵੇਗਾ, ਆਤਮ ਚਿੰਤਨ ਕਰਨਾ ਪਏਗਾ। ਡਾਇਲੌਗ ਦੇ ਵਿੱਚ ਜੁੜਨ ਦੇ ਲਈ ਦੂਜੇ ਨੂੰ ਬਰਾਬਰ ਦਾ ਰੁਤਬਾ ਦੇਣਾ ਪਵੇਗਾ, ਜਿਵੇਂ ਗੁਰੂ ਸਾਹਿਬ ਨੇ ਸਿੱਧ ਗੋਸ਼ਟ ਵਿੱਚ ਕੀਤਾ, ਸਿੱਧ ਸਭਾ ਕਰ ਆਸਨ ਬੈਠੇ, ਸੰਤ ਸਭਾ ਜੈਕਾਰੋ।
ਸਿੱਧਾਂ ਤੇ ਸੰਤਾਂ ਵਿੱਚ ਬੁਨਿਆਦੀ ਵਿਚਾਰਧਾਰਕ ਅੰਤਰ ਹੈ। ਸਿੱਧ ਜਿਹੜੇ ਨੇ ਉਹ ਸੰਸਾਰ ਤੋਂ ਵਿਰਕਤ ਹੋ ਕੇ ਔਰ ਉਹਨਾਂ ਦੀ ਜ਼ਿੰਦਗੀ ਦੇ ਆਦਰਸ਼ ਵੱਖ ਨੇ। ਸੰਤ ਜਿਹੜੇ ਨੇ ਅਲੱਗ ਨੇ। ਸਿੱਧ, ਨਾਥ, ਸੰਤ, ਗੁਰਬਾਣੀ, ਪਰੰਪਰਾ, ਇਹ ਪਰੰਪਰਾ ਹੈਗੀ ਹੈ। ਤੇ ਉਹਦੇ ਵਿੱਚ ਮਤਲਬ ਹੈ ਕਿ ਡਾਇਲੌਗ ਕਿੱਥੇ ਪੋਸੀਬਲ ਹੁੰਦਾ ਹੈ? ਉੱਥੇ ਪੋਸੀਬਲ ਹੁੰਦਾ ਹੈ ਜਿੱਥੇ ਬਰਾਬਰੀ ਹੈ, ਜਿੱਥੇ ਤੁਸੀਂ ਦੂਸਰੇ ਨੂੰ ਏਕਮ ਸਦ ਵਿਪਰਾ ਬਹੁਦਾ ਬਦੰਤੀ, ਜਾਂ ਏਕਾ ਸੁਰਤ ਜੀਤੇ ਹੈ ਜੀ, ਸੁਰਤ ਵੀ ਹੋਣਾ ਕੋਈ ਨਾ ਕੀ, ਜਿਹੀ ਸੁਰਤ ਕਿਹਾ ਤਿਨ ਰਾਹ। ਇਹ ਸਾਡੀ ਪਰੰਪਰਾ ਵਿੱਚ ਰਿਗਵੇਦ ਤੋਂ ਲੈ ਕੇ ਗੁਰੂ ਨਾਨਕ ਬਾਣੀ ਤੱਕ ਜਿਹੜੀ ਪਲੂਰਲਿਸਟਿਕ ਵਿਜ਼ਨ ਆਫ ਲਾਈਫ ਹੈ, ਰਿਐਲਿਟੀ ਹੈ, ਉਹ ਸਾਡੀ ਸਭਿਅਤਾ ਦੀ ਇੱਕ ਬਹੁਤ ਵੱਡੀ ਸ਼ਕਤੀ ਹੈ, ਜਿਹਨੂੰ ਜਦੋਂ ਜਿਹੜਾ ਕਲੈਸ਼ ਆਫ ਸਿਵਲਾਈਜੇਸ਼ਨ ਦੇ ਵਿੱਚ ਡਾਇਲੌਗ ਦੀ ਜਦੋਂ ਗੱਲ ਕੀਤੀ ਜਾਂਦੀ ਹੈ, ਇਹਦੇ ਬਾਰੇ ਮੈਂ 3-4 ਸਾਲ ਲੈ ਕੇ ਪ੍ਰੋਜੈਕਟ ਵੀ ਕੀਤਾ ਸੀ। ਤੇ ਗੁਰੂ ਗ੍ਰੰਥ ਸਾਹਿਬ ਐਜ਼ ਏ ਡਿਸਕੋਰਸ ਆਫ ਜਿਹੜਾ ਇੰਟਰਫੇਥ ਡਾਇਲੌਗ, ਕਿ ਮੈਂ ਇਹਨਾਂ ਸਾਰੀਆਂ ਜਿਹੜੀਆਂ ਪਰੰਪਰਾਵਾਂ ਨੇ, ਦੋਨਾਂ ਸਭਿਅਤਾਵਾਂ ਦੇ, ਅਬਰਾਹਮਿਕ ਵੀ ਤੇ ਇੰਡਿਕ ਵੀ, ਇਹਨਾਂ ਦਾ ਥੋੜਾ ਗਿਆਨ ਮੈਂ ਹਾਸਿਲ ਕਰਨ ਦੀ ਦੇਖੀ ਹੈ। ਤੇ ਮੈਨੂੰ ਲੱਗਿਆ ਹੈ ਕਿ ਉਹ ਸਭਿਅਤਾ ਦੇ ਸਾਰੇ ਹੀ ਧਰਮ ਜਿਹੜੇ ਨੇ ਉਹ ਮੋਨੋਪੋਲੀ ਆਫ ਟਰੂਥ ਦੇ ਉੱਪਰ ਚੱਲਦੇ ਨੇ। ਤੇ ਸੈਮੂਅਲ ਹੰਟਿੰਗਟਨ ਨੇ ਕਿਹਾ ਸੀ ਕਿ ਜਿਹੜਾ ਕਲੈਸ਼ ਹੈ ਉਹਦਾ ਕਾਰਨ ਹੀ ਇਹ ਹੋਏਗਾ ਕਿ ਇਹ ਪ੍ਰੋਜ਼ਿਲਿਟਾਈਜ਼ਿੰਗ ਰਿਲੀਜਨ ਨੇ। ਰਿਲੀਜਨ ਪ੍ਰੋਜ਼ਿਲਿਟਾਈਜ਼ਿੰਗ ਹੈ ਕਿ ਉਹ ਕਨਵਰਟ ਕਰਨ 'ਚ ਵਿਸ਼ਵਾਸ ਕਰਦਾ ਹੈ। ਕਨਵਰਟ ਉਹ ਹੀ ਕਰਦਾ ਜਿਹੜਾ ਬਰਾਬਰ ਨਹੀਂ ਸਮਝਦਾ, ਜਿਹੜਾ ਕਹਿੰਦਾ ਵੀ ਮੇਰੇ ਤੋਂ ਇਲਾਵਾ ਬਾਕੀ ਦੇ ਬੰਦੇ ਜਾਂ ਤਾਂ ਉਹ ਇਗਨੋਰੈਂਟ ਨੇ ਜਾਂ ਕਾਫਰ ਨੇ। ਦੋਨਾਂ ਹੀ ਹਾਲਤਾਂ ਵਿੱਚ ਉਹਨਾਂ ਨੂੰ ਮਾਰਿਆ ਵੀ ਜਾ ਸਕਦਾ। ਇਹ ਗੱਲ ਸਾਡੀ ਸਭਿਅਤਾ ਨੇ ਨਹੀਂ ਸਾਨੂੰ ਸਿਖਾਈ। ਗੁਰੂਆਂ ਨੇ ਤਾਂ ਉਸ ਗੱਲ ਦੇ ਉੱਪਰ ਪਹਿਰਾ ਦਿੱਤਾ ਹੈ ਜਿਹਦੇ 'ਚ ਏਕਮ ਸਦ ਹੈ ਤੇ ਵਿਪਰ ਬਹੁਤਾ, ਉਹਦੇ ਨਾਮ ਬਹੁਤਾ ਦਿੰਦੇ ਨੇ। ਸੋ ਮੈਨੂੰ ਲੱਗਦਾ ਕਿ ਜੇ ਅਸੀਂ ਐਕਸੀਜੀਸਿਸ ਤੇ ਹਰਮੇਨਿਊਟਿਕਸ, ਜਿਹੜੀ ਪੱਛਮੀ ਵਿਆਖਿਆ ਪ੍ਰਣਾਲੀਆਂ ਨੇ, ਉਹਦੀ ਬੁਨਿਆਦ ਜਿਹੜੀ ਹੈ ਉਹ ਦੋ ਪ੍ਰਸੰਗਾਂ ਵਿੱਚ ਹੈ। ਇੱਕ ਤਾਂ ਹੈ ਕਿ ਜਿਹੜੀ ਉਹਨਾਂ ਦੀ ਸੇਕ੍ਰੇਡ ਦੀ ਜਿਹੜੀ ਵਿਆਖਿਆ ਹੈ, ਉਹਨਾਂ ਦੇ ਵਿੱਚ ਬਾਈਬਲ ਦੀ ਵਿਆਖਿਆ ਤੇ ਕੁਰਾਨ ਸ਼ਰੀਫ ਦੀ ਵਿਆਖਿਆ ਹੈ। ਇਹ ਉਹਨਾਂ ਦੇ ਮਸਲੇ ਨੇ ਤੇ ਉਹਨਾਂ ਦਾ ਕੇਂਦਰ ਬਿੰਦੂ ਥਿਓਸ ਹੈ। ਥਿਓਸ ਮੈਨੇ ਗੋਡ, ਔਰ ਇਸੇ ਕਰਕੇ ਉਹਨਾਂ ਦੀ ਵਿਆਖਿਆ ਥਿਓਲੋਜੀਕਲ ਹੈ। ਅਸੀਂ ਕਈ ਵਾਰ ਕਹਿੰਦੇ ਨੇ ਵੀ ਸਿੱਖ ਥਿਓਲੋਜੀ ਨਹੀਂ ਹੈ, ਨਾ ਹੋ ਸਕਦੀ ਹੈ, ਕਿਉਂਕਿ ਸਾਡੇ ਕੋਲ ਧਰਮ ਸ਼ਾਸਤਰ ਹੈ। ਸਾਡੇ ਕੋਲ ਧਰਮ ਦਾ ਜਿਹੜਾ ਸੰਕਲਪ ਹੈ ਉਹ ਥਿਓਸ ਦੇ ਉੱਪਰ ਆਧਾਰਿਤ ਨਹੀਂ, ਕਿਸੇ ਅੱਲਾ ਜਾਂ ਖੁਦਾ ਦੇ ਉੱਪਰ ਆਧਾਰਿਤ ਨਹੀਂ। ਉਹ ਜਿਹੜਾ ਉਹ ਇੱਕ ਅਲਟੀਮੇਟ ਰਿਐਲਿਟੀ ਦੇ ਉੱਪਰ ਆਧਾਰਿਤ ਹੈ। ਤੇ ਉਹ ਇਸੇ ਕਰਕੇ ਅਸੀਂ ਉਸ ਬ੍ਰਹਮ ਦੇ ਉੱਪਰ ਵਿਚਾਰ ਕਰਦੇ ਹਾਂ, ਉਹਦੀ ਵਿਆਖਿਆ ਜਦੋਂ ਕਰਦੇ ਹਾਂ ਤਾਂ ਸਾਡੇ ਮਸਲੇ ਹੋਰ ਨੇ। ਸਾਡੇ ਮਸਲੇ ਬੰਦੇ ਨੇ ਕਿ ਬ੍ਰਹਮ ਦਾ ਜਗਤ ਨਾਲ ਤੇ ਜੀਵ ਨਾਲ ਕੀ ਰਿਸ਼ਤਾ ਹੈ। ਇਹ ਜਿਹੜੀ ਹੁਣ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਵਿੱਚ ਵੈਰਾਗ ਦੀ ਗੱਲ ਆਉਂਦੀ ਹੈ ਨਾ, ਇਹ ਵੈਰਾਗ ਅਸਲ ਵਿੱਚ ਜਿਵੇਂ ਡਾਕਟਰ ਰਜਿੰਦਰਪਾਲ ਬਰਾੜ ਨੇ ਬਹੁਤ ਖੂਬਸੂਰਤੀ ਦੇ ਨਾਲ ਗੱਲ ਕਹੀ ਹੈ ਕਿ ਇਸ ਦਾ ਜਿਹੜਾ ਦਾਰਸ਼ਨਿਕ ਪ੍ਰਸੰਗ ਹੈ, ਸੁਰਜੀਤ ਨੇ ਵੀ ਗੱਲ ਬੜੇ ਵਧੀਆ ਢੰਗ ਨਾਲ ਕਹੀ ਸੀ ਕਿ ਵੈਰਾਗ ਕੋਈ ਭਾਵਨਾ ਨਹੀਂ ਹੈ, ਇਹ ਭਾਂਜ ਨਹੀਂ ਹੈਗਾ। ਇਹ ਮਤਲਬ ਇਹ ਸਾਡਾ ਵੇਦਾਂਤਿਕ ਵਰਲਡ ਵਿਊ ਹੈ, ਜਿਹਦੇ 'ਚ ਉਹਨਾਂ ਨੇ ਸੰਸਾਰ ਦੇ ਮਾਇਆਵੀ ਰੂਪ ਨੂੰ ਕੇਂਦਰ ਵਿੱਚ ਰੱਖ ਕੇ ਗੱਲ ਕੀਤੀ ਹੈ। ਕਿਧਰੇ ਅਸੀਂ ਬ੍ਰਹਮ ਦੇ ਨੁਕਤੇ ਤੋਂ ਗੱਲ ਕਰਦੇ ਹਾਂ, ਕਿਧਰੇ ਅਸੀਂ ਮਾਇਆ ਦੇ ਨੁਕਤੇ ਤੋਂ ਗੱਲ ਕਰਦੇ ਹਾਂ। ਗੱਲ ਉਹੀ ਹੈ। ਤੇ ਗੱਲ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਜਦੋਂ ਬ੍ਰਹਮ ਦੇ ਨੁਕਤੇ ਤੋਂ ਉਹ ਗੱਲ ਕਰਨਗੇ ਉਹਨਾਂ ਦੇ ਵਿੱਚ, ਤੇ ਗੁਰੂ ਤੇਗ ਬਹਾਦਰ ਜੀ ਜਦੋਂ ਵੈਰਾਗ ਦੀ ਗੱਲ ਕਰਦੇ ਨੇ ਤੇ ਉਹ ਨਾਸ਼ਮੰਦ ਸੰਸਾਰ ਦੀ ਗੱਲ ਕਰਦੇ ਨੇ, ਪਹੁੰਚਦੇ ਉੱਥੇ ਨੇ। ਤੇ ਮੈਨੂੰ ਤਾਂ ਇਹਦੇ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਦੇਖੋ ਕਿ ਗੁਰੂ ਤੇਗ ਬਹਾਦਰ ਨੂੰ ਉਹਨਾਂ ਦੇ ਪਿਤਾ ਨੇ ਇੱਕ ਯੁੱਧ ਦੇ ਵਿੱਚ ਹਿੱਸਾ ਲੈਣ ਤੋਂ ਬਾਅਦ ਤਿਆਗਮਲ ਤੋਂ ਤੇਗ ਬਹਾਦਰ ਉਹਨਾਂ ਦਾ ਨਾਮਕਰਨ ਕੀਤਾ। ਤੇਗ ਦੇ ਧਨੀ ਨੇ ਗੱਲ ਵੈਰਾਗ ਦੀ ਕਰਦੇ ਨੇ। ਗੁਰੂ ਗੋਬਿੰਦ ਸਿੰਘ ਉਹ ਵੀ ਤਾਂ ਉਸ ਮਤਲਬ ਸ਼ਸਤਰ ਤੇ ਸ਼ਾਸਤਰ ਦੋਹਾਂ ਦੇ ਗਿਆਤਾ ਨੇ, ਤੇ ਉਹ ਖਾਲਸਾ ਪੰਥ ਦੀ ਸਿਰਜਣਾ ਦੀ ਗੱਲ ਕਰਦੇ ਨੇ। ਲੇਕਿਨ ਜਦੋਂ ਬਾਣੀ ਦੇ ਵਿੱਚ ਉਹ ਵੀ ਗੱਲ ਕਰਦੇ ਨੇ, ਉਹ ਬੜੀ ਖੂਬਸੂਰਤ ਗੱਲ ਹੈਗੀ। ਮੈਂ ਉਹਨਾਂ ਨੂੰ ਪੜ੍ਹਿਆ ਜਦੋਂ ਕਿ ਰੇ ਮਨ ਐਸੋ ਕਰ ਸੰਨਿਆਸ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸ।
ਇਹ ਜਿਹੜੇ ਸਾਡੇ ਸਦਨ ਨੇ, ਜਿਨ੍ਹਾਂ ਘਰਾਂ ਵਿੱਚ ਅਸੀਂ ਰਹਿੰਦੇ ਆ, ਉਹ ਕਹਿੰਦੇ ਇਹਨਾਂ ਨੂੰ ਬਨ ਦੇ ਵਾਂਗ ਸਮਝੋ, ਜੰਗਲ ਦੇ ਵਾਂਗ ਸਮਝੋ, ਤੇ ਮਨ ਦੇ ਵਿੱਚ ਉਦਾਸ ਹੋ। ਮਨ ਹੀ ਮਾਹੇ ਉਦਾਸਾ। ਉਹਨਾਂ ਨੇ ਜਿਹੜੀ ਸਭ ਤੋਂ ਖੂਬਸੂਰਤ ਗੱਲ ਕਹੀ ਹੈ, ਉਹ ਕਹਿੰਦੇ ਨੇ ਕਿ ਗਿਆਨ ਗੁਰੂ ਆਤਮ ਉਪਦੇਸਾ, ਨਾਮ ਵਿਭੂਤ ਲਗਾਏ। ਗੁਰੂ ਗਿਆਨ ਹੈ ਤੇ ਉਪਦੇਸ਼ ਕਿਹਨੂੰ ਦੇਣਾ? ਆਤਮ ਨੂੰ ਦੇਣਾ ਹੈ। ਇਸੇ ਕਰਕੇ ਗੁਰੂ ਤੇਗ ਬਹਾਦਰ ਜੀ ਜਦੋਂ ਕਹਿੰਦੇ ਨੇ ਰੇ ਮਨ ਕੌਣ ਕੁਮਤ ਤੋਹਿ ਲੀਨੀ, ਆਪਣੇ ਆਪ ਨੂੰ, ਆਪਣੇ ਮਨ ਨੂੰ ਸੰਬੋਧਨ ਕਰਦੇ ਨੇ, ਜਾਂ ਸਾਧੋ ਰਚਨਾ ਰਾਮ ਬਣਾਈ। ਮਤਲਬ ਦੇਖੋ, ਸੰਬੋਧਨ ਬੜਾ ਇੰਪੋਰਟੈਂਟ ਹੈ। ਉਹ ਸੰਬੋਧਨ ਜਾਂ ਤਾਂ ਆਪਣੇ ਮਨ ਨੂੰ ਕਰਦੇ ਨੇ ਕਿ ਮਨ ਦੇ ਅੰਦਰ ਦੋਵੇਂ ਗੱਲਾਂ ਨੇ, ਇੱਕ ਤਾਂ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇੱਕ ਹੈਗਾ ਇਸ ਮਨ ਕੋ ਜਨਮ ਜਨਮ ਕੀ ਮਰ ਲਾਗੀ, ਕਾਲਾ ਹੋਇਆ ਸਿਆ। ਇਹ ਹੁਣ ਦੇਖਣ ਦਾ ਇੱਕ ਦ੍ਰਿਸ਼ਟੀਕੋਣ ਹੈ ਕਿ ਬੰਦੇ ਦੇ ਅੰਦਰ ਉਹਦੀ ਜ਼ਿੰਦਗੀ ਦਾ ਜਿਹੜਾ ਵਿਅਕਤੀਗਤ ਪੱਖ ਹੈ, ਮਨ, ਜਿਹੜਾ ਉਸਦੀ ਜ਼ਿੰਦਗੀ ਦੇ ਸਾਰੇ ਕਿਰਦਾਰ ਨੂੰ, ਆਚਰਣ ਨੂੰ, ਸ਼ਖਸੀਅਤ ਨੂੰ, ਵਿਹਾਰ ਨੂੰ ਕੰਟਰੋਲ ਕਰਦਾ, ਉਹ ਮਨ ਹੈ। ਤੇ ਮਨ ਦੇ ਇੱਕ ਤਾਂ ਜੜ੍ਹਾਂ ਹੈਗੀਆਂ ਬ੍ਰਹਮ ਦੇ ਵਿੱਚ ਜੁੜੀਆਂ ਹੋਈਆਂ, ਤੇ ਇੱਕ ਉਹਦੀ ਵਿਅਕਤੀਗਤ ਜਿਹੜੀ ਹੈਗੀ ਗੱਲ ਹੈ ਨਾ, ਉਹਦੇ ਅੰਦਰ ਉਹ ਕਾਲਕ ਹੈਗੀ ਹੈ। ਮੈਨੂੰ ਇੱਕ ਬੜੀ ਖੂਬਸੂਰਤ ਕਹਾਣੀ ਜਿਹੜੀ ਹੈ ਨਾ, ਉਹ ਉਪਨਿਸ਼ਦਾਂ ਦੇ ਵਿੱਚੋਂ ਯਾਦ ਆਉਂਦੀ ਹੈ, ਮੈਂ ਤੁਹਾਡੇ ਨਾਲ ਸ਼ੇਅਰ ਕਰਨਾ, ਹੋ ਸਕਦਾ ਪਹਿਲਾਂ ਵੀ ਕੀਤੀ ਹੋਵੇ। ਉਹਦੇ 'ਚ ਜਿਹੜਾ ਯੱਗਵਲਕੇ ਰਿਸ਼ੀ ਦੀਆਂ ਦੋ ਪਤਨੀਆਂ ਸਨ, ਕਾਤਿਆਇਨੀ ਤੇ ਮੈਤਰੀ। ਉਹ ਜਦੋਂ ਵਾਨਪ੍ਰਸਥ ਆਸ਼ਰਮ ਵਿੱਚ ਜਾਣ ਲੱਗੇ, ਉਹਨਾਂ ਨੇ ਕਿਹਾ ਵੀ ਦੇਖੋ ਗੱਲ ਇਹ ਹੈ ਵੀ ਮੈਂ ਤਾਂ ਹੁਣ ਜਾ ਰਿਹਾ, ਵੀ ਤੁਸੀਂ ਮੇਰੀ ਜਾਇਦਾਦ ਵੰਡ ਲਓ। ਉਹਨੇ ਕਿਹਾ ਵੀ ਜਾਣ ਤੋਂ ਪਹਿਲਾਂ ਸਾਨੂੰ ਦੱਸੋ। ਕਾਤਿਆਇਨੀ ਨੇ ਕਿਹਾ ਵੀ ਠੀਕ ਹੈ, ਜੇ ਤੁਸੀਂ ਜਾਣਾ ਤੇ ਠੀਕ ਹੈ, ਸਾਨੂੰ ਸਾਡਾ ਪ੍ਰਬੰਧ ਕਰ ਦਿਓ, ਜੰਗਲ ਚਲੇ ਜਾਓ। ਮੈਤਰੀ ਕਹਿੰਦੀ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸਵਾਮੀ ਜੀ, ਕਿ ਇਹ ਧਨ ਪਦਾਰਥ ਲੈ ਕੇ ਮੈਂ ਅਮਰ ਹੋ ਸਕਦਾ? ਉਹ ਕਹਿੰਦਾ ਦੀਦੀ ਅਮਰ ਤਾਂ ਨਹੀਂ ਹੈਗਾ। ਕਹਿੰਦੀ ਫਿਰ ਮੈਂ ਇਹਨਾਂ ਦਾ ਕੀ ਕਰਨਾ, ਮੈਨੂੰ ਵੀ ਨਾਲ ਲੈ ਚੱਲੋ। ਉਹ ਨਾਲ ਲੈ ਚੱਲੋ। ਅਸਲੀ ਗੱਲ ਅੱਗੇ ਆਉਂਦੀ ਹੈ, ਜਦੋਂ ਉਹ ਤਪੱਸਿਆ ਕਰਦੇ ਨੇ, ਗਿਆਨ ਗ੍ਰਹਿਣ ਕਰਦੇ ਨੇ, ਤੇ ਇੱਕ ਦਿਨ ਉਹ ਸਵਾਲ ਪੁੱਛ ਲੈਂਦੀ ਹੈ ਆਪਣੇ ਪਤੀ ਨੂੰ, ਕਹਿੰਦੀ ਸਵਾਮੀ ਅਸੀਂ ਇਹਨਾਂ ਚਿਰ ਤੋਂ ਮਤਲਬ ਇਹ ਚਿੰਤਨ ਕਰ ਰਹੇ ਹਾਂ ਜ਼ਿੰਦਗੀ ਬਾਰੇ, ਤੁਸੀਂ ਮੈਨੂੰ ਇਹ ਦੱਸੋ ਕਿ ਮਰ ਕੇ ਬੰਦਾ ਕਿੱਥੇ ਜਾਂਦਾ, ਮਰ ਕੇ ਬੰਦੇ ਨਾਲ ਕੀ ਹੁੰਦਾ? ਉਹਦਾ ਇੰਨਾ ਖੂਬਸੂਰਤ ਜਿਹੜਾ ਜਵਾਬ ਹੈ, ਅੱਜ ਤੱਕ ਨਹੀਂ ਕੋਈ ਦੇ ਸਕਿਆ। ਉਹਨਾਂ ਦਾ ਜਵਾਬ ਬੜਾ ਸਿੰਪਲ ਸੀ। ਉਹ ਕਹਿੰਦੇ ਗੱਲ ਇਹ ਹੈ ਕਿ ਮਰਨ ਤੋਂ ਬਾਅਦ ਬੰਦੇ ਦੇ ਅੰਦਰ ਜਿਹੜਾ ਵਿਸ਼ੇਸ਼ ਹੁੰਦਾ ਹੈ ਉਹ ਖੁਰ ਜਾਂਦਾ ਹੈ ਤੇ ਨਿਰਵਿਸ਼ੇਸ਼ ਬਚਦਾ। ਗੁਰੂ ਨਾਨਕ ਜਦੋਂ ਗੱਲ ਕਰਦੇ ਨੇ ਨਾ ਕਿ ਮੌਤ ਦੀ, ਉਹ ਜਦੋਂ ਗੱਲ ਕਰਦੇ ਨੇ ਕਿ ਪੌਣੇ ਪਾਣੀ ਅग्नि का मेल, चंचल चपल बुद्ध का खेल, 9 दरवाजे 10वां द्वार, बुझरे ज्ञानी ਇਹੋ ਵਿਚਾਰ। ਉਹ ਮਸਲੇ ਤਾਂ ਉਹ ਦਾਰਸ਼ਨਿਕਤਾ ਦੇ ਮਸਲੇ ਨੇ ਕਿ ਬੰਦੇ ਦੇ ਅੰਦਰ ਮਰਨਸ਼ੀਲ ਤੱਤ ਕਿਹੜਾ ਹੈ ਤੇ ਅਮਰਨਸ਼ੀਲ ਤੱਤ ਕਿਹੜਾ ਹੈ। ਉਹ ਕਹਿੰਦੇ ਨੇ ਕਿ ਮਰਦਾ ਕੌਣ ਹੈ? ਗੁਰੂ ਨਾਨਕ ਦੇਵ ਜੀ ਵੀ ਉਹੀ ਗੱਲ ਕਹਿ ਰਹੇ ਨੇ। ਗੁਰੂ ਨਾਨਕ ਕਹਿੰਦੇ ਨੇ ਕਿ ਮੂਈ ਸੁਰਤ ਬਾਦ ਅਹੰਕਾਰ, ਉਹ ਨਾ ਮੁਗਾ ਜੋ ਦੇਖਣ। ਬੰਦੇ ਦੇ ਅੰਦਰ ਮਰਨ ਵਾਲੀ ਚੀਜ਼ ਕੀ ਹੈ? ਉਹਦੀ ਇੰਡੀਵਿਜੂਅਲ ਕੌਨਸ਼ੀਅਸਨੈਸ। ਉਹੀ ਸੁਰਤ ਬਾਦ ਹੰਕਾਰ, ਤੇ ਉਹ ਹਉਮੈ ਦੀ ਭਾਵਨਾ ਜਿਹੜੀ ਫਜ਼ੂਲ ਦੇ ਨਾਲ ਅਸੀਂ ਆਪਣੇ ਆਪ ਸਿਰ ਤੇ ਚੁੱਕੀ ਕਰਦੇ ਹਾਂ, ਉਹ ਖਤਮ ਹੋ ਜਾਂਦੀ ਹੈ। ਉਹ ਨਾ ਮੂਆ, ਜਿਹੜਾ ਸਾਡੇ ਅੰਦਰ ਦੇਖਣ ਵਾਲੀ ਸ਼ਕਤੀ ਹੈ ਨਾ, ਉਹ ਨਹੀਂ ਮਰਦੀ। ਮੈਨੂੰ ਇੱਕਦਮ ਪਤੰਜਲੀ ਦਾ ਯੋਗ ਸੂਤਰ ਯਾਦ ਆ ਗਿਆ, 60 ਸਾਲ ਪਹਿਲਾਂ ਮੈਂ ਪੜ੍ਹਿਆ ਸੀ। ਉਹ ਕਹਿੰਦੇ ਨੇ ਕਿ ਯੋਗਾਸ ਚਿੱਤ ਵਿਰਤੀ ਨਿਰੋਧਾ ਤਦਾ ਦ੍ਰਸ਼ਟੂ ਸਵਰੂਪੇ ਅਵਸਥਾ। ਯੋਗ ਦਾ ਮਤਲਬ ਇਹ ਹੈ ਕਿ ਬੰਦਾ ਜਿਹੜਾ ਦ੍ਰਿਸ਼ਟਾ ਹੈ ਉਹ ਆਪਣੇ ਨਿਜ ਸਰੂਪ ਦੇ ਵਿੱਚ ਸਥਿਤ ਹੋ ਜਾਂਦਾ। ਇਹ ਸਾਡੇ ਗਿਆਨ ਦੀਆਂ ਇਹ ਪਰੰਪਰਾਵਾਂ ਨੇ ਜਿਹੜੀਆਂ ਵੇਦਾਂਤ ਤੋਂ ਲੈ ਕੇ ਗੁਰਬਾਣੀ ਤੱਕ ਉਹਦੇ ਬ੍ਰਹਮ ਜੀਵ ਜਗਤ ਦੇ ਟਰਮੀਨੋਲੋਜੀ ਦੇ ਵਿੱਚ ਪਈਆਂ ਹੋਈਆਂ ਨੇ। ਅਸੀਂ ਜਿਹੜਾ ਇਸ ਡਿਸਕੋਰਸ ਦੀ ਜਿਹੜੀ ਵਿਆਖਿਆ ਕਰੀ ਹੈ, ਉਹ ਇੱਕ ਤਾਂ ਭਾਰਤੀ ਦਰਸ਼ਨ ਤੇ ਭਾਰਤੀ ਗਿਆਨ ਪਰੰਪਰਾ ਦੇ ਨਾਲ ਜੋੜ ਕੇ ਹੀ ਉਸਦਾ ਵਾਸਤਵਿਕ ਅਰਥ ਜਿਹੜਾ ਨਾ ਉਸ ਨੂੰ ਨਿਰਧਾਰਿਤ ਕਰ ਸਕਦੇ।
दूसरा मसला जिहड़ा वो होर भी इंपॉर्टेंट है, जिहदे च मेरे दोनों मित्र दोस्तां ने बहुत जोरदार ढंग नाल गल कीती है। ते मसला उन्होंने दस्सिया है कि गुरबाणी जिहड़ी है वो मध्यकाल दा प्रवचन है, ਇਹਦੀ ਚੇਤਨਾ ਵਿਧੀ ਵੱਖਰੀ ਹੈ, ਮੋਡ ਆਫ ਕੌਨਸ਼ੀਅਸਨੈਸ ਡਿਫਰੈਂਟ ਹੈ। ਲੇਕਿਨ ਅੱਜ ਦਾ ਜਿਹੜਾ ਬੰਦਾ ਹੈ, ਅਸੀਂ ਹੈ ਜਿਹੜੇ ਜਿਸ ਦੌਰ ਵਿੱਚ ਰਹਿ ਰਹੇ ਹਾਂ, ਜਿਹੜੀ ਸਾਨੂੰ ਸਿੱਖਿਆ ਦਿੱਤੀ ਗਈ ਹੈ ਚੰਗੀ ਜਾਂ ਮਾੜੀ, ਉਹ ਹੈ ਇੱਕ ਵਿਗਿਆਨਕ ਈਡੀਅਮ ਹੈ, ਇੱਕ ਮਾਡਰਨਿਜ਼ਮ, ਪੋਸਟ ਮਾਡਰਨ, ਸਟਰਕਚਰਲਿਜ਼ਮ, ਸਿਮਿਓਟਿਕ, ਪਤਾ ਨਹੀਂ ਕਿੰਨੀਆਂ ਚੀਜ਼ਾਂ ਨੇ। ਤੇ ਇਹ ਸਾਰੀਆਂ ਚੀਜ਼ਾਂ ਸਾਨੂੰ ਇਸ ਦੁਨੀਆ ਨੂੰ ਦੇਖਣ ਦੀ ਇੱਕ ਨਵੀਂ ਦ੍ਰਿਸ਼ਟੀ ਦਿੰਦੀਆਂ ਨੇ। ਤੇ ਸਾਡਾ ਜੇ ਅਸੀਂ ਆਪਣੇ ਵਿਰਸੇ ਦੀ ਜਿਹੜੀ ਟੈਕਸਟ ਹੈ ਉਸ ਦੀ ਵਿਆਖਿਆ ਸਹੀ ਢੰਗ ਨਾਲ ਕਰਨੀ ਹੈ, ਤਾਂ ਉਹ ਅੱਜ ਦੇ ਬੰਦੇ ਨੂੰ ਸਮਝਾਉਣ ਦੇ ਲਈ ਉਹਦੇ ਮੁਹਾਵਰੇ ਦੇ ਵਿੱਚ ਸਮਝਾਉਣ ਦੀ ਲੋੜ ਹੈ ਕਿ ਗੁਰਬਾਣੀ ਦੀ ਜਿਹੜੀ ਵਿਆਖਿਆ ਹੈ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਹੀ ਅੰਗ ਹੈ। ਉਹ ਸਾਰੀ ਬਾਣੀ ਉਦੋਂ ਸਾਡੇ ਮਨ ਦੇ ਵਿੱਚ ਆਪਣੇ ਅਰਥਾਂ ਦੇ ਸਹੀ ਪਾਸਾਰ ਖੋਲ੍ਹੇਗੀ, ਉਹ ਸਾਡੀ ਜ਼ਿੰਦਗੀ ਨਾਲ ਰਿਲੇਟ ਹੋਵੇਗੀ, ਜਿਹੜਾ ਕਿ ਮੈਂ ਸਮਝਦਾ ਕਿ ਉਹਦੇ ਅੰਦਰ ਸਾਰੀ ਗੱਲ ਸਾਡੇ ਜ਼ਿੰਦਗੀ ਦੇ ਅਨੁਭਵ ਤੇ ਔਰ ਉਸ ਤੱਕ ਪਹੁੰਚਣ ਦੇ ਲਈ ਸਾਨੂੰ ਇਹ ਦੋਵੇਂ ਤਰ੍ਹਾਂ ਦੇ ਯਤਨ ਕਰਨਾ ਪੈਣਗੇ। ਇੱਕ ਤਾਂ ਸਾਡੇ ਨੂੰ ਆਪਣੀ ਪਰੰਪਰਾ ਦੇ ਵਿੱਚ ਜਿਸ ਸੰਕਲਪੀ ਸ਼ਬਦਾਵਲੀ ਨੂੰ ਲੈ ਕੇ ਗੁਰਬਾਣੀ ਰਚੀ ਗਈ ਹੈ, ਉਸ ਸੰਕਲਪੀ ਸ਼ਬਦਾਵਲੀ ਦੇ ਪਿੱਛੇ ਜਿਹੜਾ ਦਰਸ਼ਨ ਸ਼ਾਸਤਰ ਪਿਆ ਹੋਇਆ ਹੈ, ਉਸ ਦਰਸ਼ਨ ਸ਼ਾਸਤਰ ਦੇ ਨਾਲ ਸਾਂਝ ਪਾ ਕੇ ਅਸੀਂ ਪਹਿਲਾਂ ਤਾਂ ਉਸ ਦਾ ਇੱਕ ਲੋਕਲ ਮੀਨਿੰਗ, ਉਸ ਦਾ ਜਿਹੜਾ ਮੀਨਿੰਗ ਲੈ ਸਕਦੇ ਹਾਂ। ਫਿਰ ਜਿਸ ਤਰ੍ਹਾਂ ਨਛੱਤਰ ਹੁਣੀ ਗੱਲ ਕਰ ਰਹੇ ਸੀ ਮੇਰੇ ਇਸ ਸੈਸ਼ਨ ਤੋਂ ਪਹਿਲਾਂ, ਕਿ ਜਿਹੜੀ ਵਿਆਕਰਨ ਜਿਹੜਾ ਹੈ ਉਹ ਸ਼ਬਦਾਂ ਦੇ ਅੰਦਰ ਜਿਹੜੇ ਅਰਥ ਨੇ ਉਹਨਾਂ ਨੂੰ ਗ੍ਰਹਿਣ ਕਰਨ ਦੀ ਇੱਕ ਵਿਧੀ ਹੈ। ਸੁਰਜੀਤ ਨੇ ਗੱਲ ਕਹੀ ਕਿ ਸ਼ਬਦਾਂ ਦੇ ਵਿੱਚ ਜਿਹੜਾ ਅਰਥ ਹੁੰਦਾ ਨਾ ਉਹ ਪੂਰਾ ਨਹੀਂ ਹੁੰਦਾ। ਟੈਕਸਟ ਦਾ ਜਿਹੜੀ ਜਦੋਂ ਟੈਕਸਟ ਡਿਸਕੋਰਸ ਬਣਦਾ, ਡਿਸਕੋਰਸ ਦੇ ਵਿੱਚ ਜਦੋਂ ਕੋਈ ਜਿਹੜਾ ਰਚਨਾਕਾਰ ਹੈ ਉਹ ਆਪਣੇ ਅਨੁਭਵ ਦੇ ਵਿੱਚ ਜਿਹੜਾ ਐਕਸਪੀਰੀਅੰਸ ਕੀਤਾ ਹੋਇਆ ਵਰਲਡ ਹੈ ਉਹ ਸ਼ਬਦਾਂ ਦੇ ਰੂਪ ਵਿੱਚ ਇੱਕ ਸੰਗਠਿਤ ਕਰਦਾ ਹੈ, ਤਾਂ ਉਹਦੇ ਅੰਦਰ ਪ੍ਰੋਬਲਮਸ ਕ੍ਰੀਏਟ ਹੋਣੀਆਂ ਸ਼ੁਰੂ ਹੋ ਜਾਣੀ। ਜਿਹੜੀ ਵਿਆਖਿਆ ਕਰੀ ਹੈ, ਜੇ ਅੱਜ ਦੇ ਮੁਹਾਵਰੇ 'ਚ ਮੈਂ ਕਹਾਂ, ਇਹ ਸੈਕੰਡ ਆਰਡਰ ਸਿਮਿਓਟਿਕ ਸਿਸਟਮ ਹੈ। ਪਹਿਲਾ ਸਿਮਿਓਟਿਕ ਸਿਸਟਮ ਹੈ ਜਿਹੜਾ ਰਚਨਾਕਾਰ ਨੇ ਸ਼ਬਦਾਂ ਦੇ ਰਾਹੀਂ ਬਾਣੀ ਦੀ ਉਸ ਪਾਠ ਰਚਨਾ ਦੇ ਵਿੱਚ ਬੰਨਿਆ, ਤੇ ਉਸ ਦੇ ਰਹੱਸ ਨੂੰ ਖੋਲ੍ਹਣ ਦੇ ਲਈ ਮਲਟੀ ਡਿਸਿਪਲਿਨਰੀ ਅਪਰੋਚ ਦੀ ਲੋੜ ਹੈ। ਵਿਆਕਰਨ ਦੀ ਵੀ ਲੋੜ ਹੈ, ਛੰਦ ਦੀ ਲੋੜ ਹੈ, ਕਾਵਿ ਸ਼ਾਸਤਰ ਦੀ ਲੋੜ ਹੈ, ਦਰਸ਼ਨ ਸ਼ਾਸਤਰ ਦੀ ਲੋੜ ਹੈ, ਔਰ ਆਪਣੇ ਵਿਰਸੇ ਦੇ ਨਾਲ ਉਹਨੂੰ ਜੋੜ ਕੇ ਦੇਖਣ ਦੀ ਲੋੜ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੈਨੂੰ ਤਾਂ, ਮੈਂ ਪਿੱਛੇ ਜੇ ਜਿਹੜਾ ਗੁਰੂ ਗ੍ਰੰਥ ਸਾਹਿਬ ਸੈਂਟਰ ਜਿਹੜਾ ਹੈਗਾ ਆਪਣੇ ਗੁਰੂ ਅੰਮ੍ਰਿਤਸਰ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਮੈਂ 6 ਮਹੀਨੇ ਉੱਥੇ ਵਿਜ਼ਿਟਿੰਗ ਪ੍ਰੋਫੈਸਰ ਰਿਹਾ, ਤੇ ਉੱਥੇ ਮੈਂ ਇੱਕ ਕੋਰਸ ਦਿੱਤਾ ਸੀ ਕਿ, ਔਰ ਉੱਥੇ ਮੈਂ ਇੱਕ ਕਿਤਾਬ ਮੈਂ ਤੁਹਾਨੂੰ ਰਿਕਮੈਂਡ ਕਰਨਾ ਚਾਹੁੰਦਾ, ਪ੍ਰੋਫੈਸਰ ਕਪਿਲ ਕਪੂਰ ਜੀ ਹੈ, ਟੈਕਸਟ ਐਂਡ ਇੰਟਰਪ੍ਰੀਟੇਸ਼ਨ ਇੰਡੀਅਨ ਕਨਸੈਪਚੁਅਲ ਫਰੇਮਵਰਕ। ਮਤਲਬ ਵਿਆਖਿਆਕਾਰੀ ਜਿਹੜੀ ਹੈਗੀ ਹੈ, ਪਹਿਲਾਂ ਦੇਖਣ ਦੀ ਲੋੜ ਹੈ ਵੀ ਟੈਕਸਟ ਕੀ ਸਾਡੇ ਕਲਚਰ ਨਾਲ ਜੁੜੀ ਹੋਈ ਹੈ ਕਿ ਅਬਰਾਹਮਿਕ ਨਾਲ। ਹੁਣ ਬਾਈਬਲ ਦੀ ਵਿਆਖਿਆ ਸਾਡੇ ਉਸ ਕਲਚਰ ਦੇ ਵਿੱਚ ਨਹੀਂ ਆਏਗੀ, ਕੁਰਾਨ ਸ਼ਰੀਫ ਦੀ ਨਹੀਂ ਆਏਗੀ, ਉਹਨਾਂ ਦਾ ਇੱਕ ਆਪਣਾ ਵਿਆਖਿਆ ਸ਼ਾਸਤਰ ਹੈ, ਔਰ ਵਿਆਖਿਆ ਉਹ ਤੋਂ ਉਹਦਾ ਸਾਡੇ ਕੋਲ ਮਤਭੇਦ ਨਹੀਂ। ਇੱਕ ਗੱਲ ਮੇਰੀ ਇਹ ਮੈਂ ਕਲੀਅਰ ਕਰਨਾ ਚਾਹੁੰਦਾ ਬੁਨਿਆਦੀ ਤੌਰ ਤੇ, ਕਿ ਜਦੋਂ ਅਸੀਂ ਆਪਣੀ ਸਭਿਅਤਾ ਦੀਆਂ ਵੱਖਰਤਾਵਾਂ ਨੂੰ ਪਛਾਣਨ ਦੀ ਗੱਲ ਕਰਦੇ ਹਾਂ, ਸਾਡਾ ਦੂਸਰੀ ਸਭਿਅਤਾ ਨੂੰ ਜਿਹੜਾ ਘਟਾਉਣਾ, ਛੁਟਿਆਉਣਾ ਨਹੀਂ, ਇਹ ਹੋ ਹੀ ਨਹੀਂ ਸਕਦਾ। ਕਿਉਂ? ਮੇਰਾ ਮਤ ਇਹ ਹੈ, ਜੋ ਕੁਝ ਮੈਂ ਪੜ੍ਹਿਆ ਹੈ ਉਹ ਹੈ ਕਿ ਸਾਰੇ ਦਰਸ਼ਨ ਸ਼ਾਸਤਰ, ਸਾਰੀਆਂ ਜਿਹੜੀਆਂ ਸਭਿਤਾਵਾਂ ਨੇ ਉਹ ਪ੍ਰੋਵਿਜ਼ਨਲ ਆਊਟਲੁੱਕ ਨੇ। ਉਹ ਜ਼ਿੰਦਗੀ ਨੂੰ, ਬੰਦੇ ਨੂੰ, ਯਥਾਰਥ ਨੂੰ ਦੇਖਣ, ਸਮਝਣ ਤੇ ਸਮਝਾਉਣ ਦਾ ਇੱਕ ਉਪਰਾਲਾ ਹੈ, ਤੇ ਉਹ ਇੱਕ ਮੰਨ ਕੇ ਚੱਲਦੀਆਂ ਨੇ, ਕੁਝ ਮਾਨਤਾਵਾਂ ਤੋਂ ਬਾਅਦ ਚੱਲਦੀਆਂ ਨੇ, ਤੇ ਉਹਨਾਂ ਦੀ ਟਰਮੀਨੋਲੋਜੀ ਹੈ, ਤੇ ਉਹਨਾਂ ਦੇ ਨਾਲ ਉਹ ਉਸੇ ਰੂਪ ਦੇ ਵਿੱਚ ਸਮਝੀ ਜਾਣੀ ਚਾਹੀਦੀ ਹੈ। ਲੇਕਿਨ ਸਾਨੂੰ ਅੱਜ ਲੋੜ ਇਹ ਹੈ ਕਿ ਆਪਣੇ ਜਿਹੜੇ ਗੁਰੂ ਤੇਗ ਬਹਾਦਰ ਬਾਣੀ ਦੇ ਹਵਾਲੇ ਨਾਲ
ਜਿਹੜੀ ਗੁਰਬਾਣੀ ਦੀ ਵਿਆਖਿਆ ਹੁਣ ਤੱਕ ਹੋਈ ਹੈ, ਡਾਕਟਰ ਤਾਰਨ ਸਿੰਘ ਹੋਰਾਂ ਨੇ ਇਹਦੀ ਬਹੁਤ ਖੂਬਸੂਰਤ ਕਿਤਾਬ ਸਾਡੇ ਸਾਹਮਣੇ ਦੇ ਦਿੱਤੀ ਹੈ। ਗੁਰਬਾਣੀ ਦੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਵਿਆਖਿਆ ਪ੍ਰਣਾਲੀਆਂ, ਉਹਨੂੰ ਵੀ ਦੇਖ ਲੈਣਾ ਚਾਹੀਦਾ, ਕਿਉਂਕਿ ਉਹਦੇ 'ਚ ਉਹਨਾਂ ਨੇ ਸਾਰੀ ਸਮਰਾਈਜ਼ ਕੀਤੀ ਹੈ ਕਿ ਇਹਦੀਆਂ ਕੀ ਕੀ ਸਾਰੀਆਂ ਦਿਸ਼ਾਵਾਂ ਨੇ। ਤੇ ਮੈਨੂੰ ਲੱਗਦਾ ਕਿ ਜਿਹੜਾ ਇਹ 7 ਦਿਨ ਦੀ ਜਿਹੜੀ ਇਹ ਵਰਕਸ਼ਾਪ ਹੈ, ਇਸ ਕਰਕੇ ਮੈਂ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਲਿਆ ਹੈ। ਇੱਕ ਤਾਂ ਮੇਰਾ ਇਹਦੇ ਨਾਲ ਕਿਉਂਕਿ 50-60 ਸਾਲ ਤੋਂ ਮੈਂ ਜੁੜਿਆ ਹੋਇਆ, ਰਹਿ ਨਹੀਂ ਹੁੰਦਾ, ਕਈ ਵਾਰ ਬਹੁਤੀਆਂ ਗੱਲਾਂ ਕਰ ਜਾਂਦਾ, ਬਾਅਦ 'ਚ ਮੈਂ ਆਪਣੇ ਆਪ ਨੂੰ ਕੋਸਦਾ ਵੀ ਹਾਂ ਵੀ ਕਿਤੇ ਗੱਲ ਮੁਕਾਉਣੀ ਵੀ ਚਾਹੀਦੀ ਹੈ। ਕਿ ਹੁਣ ਮੈਂ ਉਹ ਮੁਕਾਉਣ ਦੇ ਮੂਡ 'ਚ ਹਾਂ ਕਿ ਦੋਸਤੋ ਮੈਂ ਤਾਂ ਜੋ ਕੁਛ ਸੋਚਣਾ ਸਮਝਣਾ ਸੀ ਉਹ ਕਰ ਲਿਆ, ਹੁਣ ਥੋੜ੍ਹਾ ਜਿਹਾ ਸਮਾਂ ਮੇਰਾ ਰਹਿ ਗਿਆ। 83 ਤੋਂ ਬਾਅਦ ਜਿੰਨਾ ਵੀ ਮੌਕਾ ਹੈਗਾ ਉਹ ਇੱਕ ਤਰ੍ਹਾਂ ਦਾ ਬੋਨਸ ਹੈ। ਮੈਂ ਇਹ ਚਾਹੁੰਦਾ ਕਿ ਮੈਂ ਜਿਸ ਯੂਨੀਵਰਸਿਟੀ ਦੇ ਵਿੱਚ ਲਾਈਫ ਫੈਲੋ ਹਾਂ, ਮੇਰਾ ਇਹਦੇ ਨਾਲ ਬਹੁਤ ਡੂੰਘਾ ਸਰੋਕਾਰ ਹੈ, ਜ਼ਿੰਦਗੀ ਲਈ ਮੈਂ ਜੁੜਿਆ ਹੋਇਆ ਇਹਦੇ ਨਾਲ। ਅਤੇ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੇਰੇ ਉਹ ਕੋਲੀਗ, ਜੂਨੀਅਰ ਕੋਲੀਗ ਕੋਈ ਖੂਬਸੂਰਤ ਗੱਲਾਂ ਕਰਦੇ ਨੇ, ਮੈਂ ਚਾਅ ਨਾਲ ਭਰ ਜਾਂਦਾ। ਬਹੁਤੀਆਂ ਗੱਲਾਂ ਨਾ ਕਰਦੇ ਹੋਏ ਇੰਨੀ ਗੱਲ ਪ੍ਰਵਾਨ ਕਰਨਾ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ।